ਡੀਡੀ ਪੰਜਾਬੀ ਦੇ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ 'ਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਰੀਮਾ। ਖਬਰਾਂ ਜੋ ਦੇਖਦੇ ਹੋ, ਪੜ੍ਹਦੇ ਹੋ, ਸੁਣਦੇ ਹੋ, ਉਹਨਾਂ ਖਬਰਾਂ ਦੇ ਪਿੱਛੇ ਕਈ ਸੱਚਾਈਆਂ, ਕਈ ਤੱਥ ਲੁਕੇ ਹੁੰਦੇ ਨੇ। ਉਹਨਾਂ ਹੀ ਤੱਥਾਂ ਨੂੰ ਉਜਾਗਰ ਕਰਦੇ ਨੇ ਸਾਡੇ ਪੱਤਰਕਾਰੀ ਦੇ ਖੇਤਰ ਦੇ ਨਾਲ ਜੁੜੇ ਹੋਏ ਮਾਹਰ ਮਹਿਮਾਨ। ਤੇ ਅੱਜ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਰਾਕੇਸ਼ ਸ਼ਾਂਤੀਦੂਤ ਜੀ। आओ इन्हों का स्वागत करते हैं। राकेश जी बहुत बहुत स्वागत है थोड़े प्रोग्राम के विच। राकेश जी खबरों की समीक्षा के वाल वधदे हां। अज पहली खबर जिन्हें अपना ध्यान साडे वाल खिंचिया वो है प्रधानमंत्री श्री नरेंद्र मोदी होरियां दी एक गल सामने आई है। उन्होंने किसानां नूं पेशकश की है कि तुसीं गलबात साडे नाल कर सकदे हो और उन्हां दी जिहड़ी पुरानी पेशकश सी हाले भी उहदे ते अड़े हुए ने। गलबात दे नाल ही हल निकलेगा, तुहाडा की कहना है? रीमा जी अज जोड़ा किसान अंदोलन नूं चलदे नूं जोड़ा कि 3 नवे जोड़े खेती कानून केंद्र सरकार ने लियाउंदे सी जी, वो शुरुआत च ही जोड़ा मैं इहनूं मतलब दस रहा सी भी अज इहनूं लगभग 63 दिन ਦੇ ਨੇੜੇ ਹੋ ਗਏ ਆ ਚੱਲਦੇ ਪਏ ਅੰਦੋਲਨ ਨੂੰ। ਇਸ ਦੌਰਾਨ ਕਈ ਅਣਸੁਖਾਵੀਆਂ ਘਟਨਾਵਾਂ ਵੀ ਹੋਈਆਂ, ਵਾਪਰੀਆਂ ਬੜੀਆਂ। ਔਰ ਜਿਹੜੀ ਸਰਕਾਰ ਹੈ, ਕੇਂਦਰ ਸਰਕਾਰ ਸ਼ੁਰੂ ਤੋਂ ਇਹ ਕਹਿ ਰਹੀ ਹੈ ਵੀ ਸਿਧਾਂਤਕ ਤੌਰ ਤੇ ਉਹਨਾਂ ਨੇ ਜਿਹੜਾ ਇਹ ਬਿੱਲ ਬਣਾਏ, ਨਵੇਂ ਕਾਨੂੰਨ ਲਿਆਂਦੇ ਆ, ਇਹ ਕਿਸਾਨਾਂ ਦੀ ਅਪਲਿਫਟਮੈਂਟ ਨਾਲ ਜੁੜੇ ਹੋਏ ਕਾਨੂੰਨ ਹੈ ਔਰ ਇਹਦੇ ਨਾਲ ਕਿਸਾਨਾਂ ਦੀ ਹਾਲਤ 'ਚ ਬਹੁਤ ਸੁਧਾਰ ਹੋਏਗਾ। ਕਿਉਂਕਿ ਕਿਸਾਨਾਂ ਦੀਆਂ ਜਿਹੜੀਆਂ ਆਤਮ ਹੱਤਿਆਵਾਂ, ਕਿਸਾਨਾਂ ਦੀ ਆਰਥਿਕ ਸਥਿਤੀ ਦੀ ਸਮੱਸਿਆ ਵੀ ਸਾਡੇ ਮੁਲਕ 'ਚ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਹੈ। ਔਰ ਇਸ ਅੰਦੋਲਨ ਨੂੰ ਲੈ ਕੇ 11 ਗੇੜ ਦੀ ਜਿਹੜੀ ਹੈ ਲਗਾਤਾਰ ਕਿਸਾਨ ਦੀਆਂ ਜਿਹੜਾ ਕਿਸਾਨਾਂ ਦਾ ਜਿਹੜਾ ਜੁਆਇੰਟ ਮੋਰਚਾ ਸੀ, ਜਿਹਨੂੰ ਕਿਸਾਨ ਸੰਯੁਕਤ ਮੋਰਚਾ ਕਰਕੇ ਕਿਹਾ ਜਾਂਦਾ, ਸਾਂਝਾ ਮੋਰਚਾ ਜਿਹੜਾ ਉਹਦੀਆਂ 11 ਗੇੜ ਦੀਆਂ ਮੀਟਿੰਗਾਂ ਕੇਂਦਰ ਸਰਕਾਰ ਦੀ ਜਿਹੜੀ ਪ੍ਰਤੀਨਿਧੀ ਮੰਡਲ ਜਿਹਦੇ ਵਿੱਚ ਖੇਤੀ ਮੰਤਰੀ ਸੀ ਔਰ ਉਹ ਦੂਸਰੇ ਸਾਡੇ ਜਿਹੜੇ ਵਿੱਤ ਮੰਤਰੀ ਪੀਯੂਸ਼ ਗੋਇਲ ਔਰ ਦੂਸਰੇ ਜਿਹੜੀ ਟ੍ਰੇਡ ਕਾਮਰਸ ਮਿਨਿਸਟਰ ਸੀ, ਉਹਨਾਂ ਦੋਨਾਂ ਦੇ ਪ੍ਰਤੀਨਿਧੀ ਮੰਡਲ ਦੇ ਤੌਰ ਤੇ 11 ਗੇੜ ਦੀ ਮੀਟਿੰਗ ਹੋਈ ਔਰ ਉਸ ਤੋਂ ਬਾਅਦ ਵੀ ਸ਼ਾਇਦ 45 ਮਿੰਟ ਦੀ ਮੀਟਿੰਗ ਚੱਲੀ ਸੀ ਜੀ। ਔਰ ਇਹ 'ਚ ਜਿਹੜੀ ਪ੍ਰਧਾਨ ਮੰਤਰੀ ਦਾ ਜਿਹੜਾ ਬਿਆਨ ਆਇਆ, ਮਾਨਯੋਗ ਪ੍ਰਧਾਨ ਮੰਤਰੀ ਨੇ ਜਿਹੜੀ ਕੀਤੀ, ਇਹ ਬੜੀ ਸੁਖਾਵੀਂ ਗੱਲ ਹੈ ਕਿ ਇਸ ਅੰਦੋਲਨ ਦੇ ਵਿੱਚ ਜਿਹੜਾ ਉਹ ਹੁਣ ਪ੍ਰਧਾਨ ਮੰਤਰੀ ਜੀ ਨੇ ਸਿੱਧੇ ਤੌਰ ਤੇ ਆ ਕੇ ਇਹ ਗੱਲ ਕਹੀ ਹੈ ਵੀ ਉਹ ਉੱਥੇ ਹੀ ਸਰਕਾਰ ਇੰਨਾ ਕੁਝ ਘਟਨਾਵਾਂ ਵਾਪਰਨ ਦੇ ਬਾਵਜੂਦ ਜਿਹੜੀਆਂ ਅਣਸੁਖਾਵੀਆਂ ਘਟਨਾਵਾਂ ਵਾਪਰੀਆਂ ਨੇ, ਕਿਉਂਕਿ ਸ਼ੁਰੂ ਤੋਂ ਇੱਕ ਸਰਕਾਰ ਇਹ ਕਹਿ ਰਹੀ ਸੀ ਵੀ ਇਸ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਹੈ ਕੋਈ ਗੈਰ ਜਿਹੜੇ ਸਮਾਜਿਕ ਤੱਤ ਹੈ ਉਹ ਆ ਚੁੱਕੇ ਨੇ ਔਰ ਕੁਝ ਘਟਨਾਵਾਂ ਵਾਪਰ ਵੀ ਗਈਆਂ ਔਰ ਉਸ ਤੋਂ ਬਾਅਦ ਕਿਸਾਨ ਅੰਦੋਲਨ ਇੱਕ ਤਰ੍ਹਾਂ ਜਿਹੜਾ ਲਗਭਗ ਖਤਮ ਸਰਕਾਰ ਕਰ ਵੀ ਸਕਦੀ ਸੀ, ਹੋ ਵੀ ਸਕਦਾ ਸੀ, ਉਹ ਰਿਵਾਈਵਲ ਦੀ ਸਥਿਤੀ 'ਚ ਆ ਗਿਆ। ਸਰਕਾਰ ਨੇ ਵੀ ਬੜੀ ਜਿਹੜੀ ਹੈ ਉਹ ਸੰਯਮ ਜਿਹੜਾ ਹੈ ਉਸ ਤੋਂ ਬਾਅਦ ਵਰਤਿਆ ਔਰ ਫਿਰ ਜਿਹੜੀ ਪ੍ਰਧਾਨ ਮੰਤਰੀ ਦਾ ਹੁਣ ਵੀ ਇਹ ਕਹਿਣਾ ਵੀ ਅਸੀਂ ਜਿਹੜਾ ਹੈ ਉਹ ਉਸ ਪੇਸ਼ਕਸ਼ ਤੇ ਖੜੇ ਆ। ਜਿਹੜੀ ਲਾਸਟ ਜਿਹੜੀ ਪੇਸ਼ਕਸ਼ ਜਿਹੜੀ ਆਖਰੀ ਗੇੜ ਦੀ ਮੀਟਿੰਗ 'ਚ ਉਹਨਾਂ ਨੇ ਕਿਹਾ ਸੀ ਵੀ 1.5 ਸਾਲ ਲਈ ਜਿਹੜਾ ਅਸੀਂ ਇਹ ਜਿਹੜੇ ਖੇਤੀ ਕਾਨੂੰਨ ਅਗਰ ਕਿਸਾਨਾਂ ਨੂੰ ਪਸੰਦ ਨਹੀਂ ਆ ਰਹੇ, ਕਿਸਾਨਾਂ ਨੂੰ ਲੱਗਦਾ ਕਿ ਇਹ ਠੀਕ ਨਹੀਂ ਹੈਗੇ, ਤਾਂ ਅਸੀਂ ਇਹਨਾਂ ਨੂੰ ਲਾਗੂ ਕਰਨ 'ਚ 1.5 ਸਾਲ ਡਿਲੇ ਕਰ ਸਕਦੇ ਹਾਂ। ਸੋ ਪ੍ਰਧਾਨ ਮੰਤਰੀ ਨੇ ਅੱਜ ਵੀ ਕਿਹਾ ਵੀ ਗੱਲਬਾਤ ਨਾਲ ਹੀ ਸਾਰੀ ਗੱਲ ਹੋਣੀ। ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਵੀ ਮੈਨੂੰ ਇੱਕ ਫੋਨ ਕਾਲ ਵੀ ਅਗਰ ਕਿਸਾਨ ਕਰ ਦਿੰਦੇ ਆ ਤਾਂ ਗੱਲਬਾਤ ਜਿਹੜੀ ਆ ਉਹ ਖੁੱਲ੍ਹ ਕੇ ਪੱਧਰੀ ਹੋ ਜਾਂਦੀ, ਰਸਤਾ ਨਿਕਲ ਆਉਂਦਾ। ਸੋ ਆਸ ਕੀਤੀ ਜਾਣੀ ਚਾਹੀਦੀ ਹੈ। ਦੂਸਰੇ ਪਾਸੇ ਜਿਹੜੇ ਇਸ ਵੇਲੇ ਜਿਹੜੀ ਲੀਡ 'ਚ ਜਿਹੜੇ ਆ ਚੁੱਕੇ ਨੇ ਕਿਸਾਨ ਨੇਤਾ ਮਿਸਟਰ ਟਕੈਤ ਕਰਕੇ ਜਿਹਨਾਂ ਨੂੰ ਕਿਹਾ, ਉਹਨਾਂ ਦਾ ਵੀ ਬੜਾ ਜਿਹੜਾ ਪੋਜ਼ੀਟਿਵ ਇੱਕ ਬਿਆਨ ਆਇਆ ਜਿਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਨਾ ਤਾਂ ਕਿਸਾਨਾਂ ਦੀ ਪਗੜੀ ਥੱਲੇ ਹੋਏਗੀ ਤੇ ਨਾ ਅਸੀਂ ਸਰਕਾਰ ਨੂੰ ਝੁਕਣ ਦਿਆਂਗੇ। ਸੋ ਇੱਥੋਂ ਲੱਗਦਾ ਵੀ ਆਸ ਵੱਜਦੀ ਹੈ ਕਿ ਜਦੋਂ ਪ੍ਰਧਾਨ ਮੰਤਰੀ ਸਿੱਧੇ ਤੌਰ ਤੇ ਆ ਕੇ ਹੁਣ ਕਿਸਾਨਾਂ ਨਾਲ ਗੱਲ ਕਰਨੇ ਤੇ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਐਸਾ ਸੁਖਾਵਾਂ ਹੱਲ ਨਿਕਲੇਗਾ ਜਿਹਦੇ ਨਾਲ ਸਰਕਾਰ ਨੂੰ ਵੀ ਕੋਈ ਬਹੁਤੀ ਵੱਡੀ ਮੁਸ਼ਕਲ 'ਚ ਨਾ ਫਸਣਾ ਪਵੇ ਔਰ ਜਿਹੜਾ ਕਿਸਾਨਾਂ ਨੂੰ ਵੀ ਜਿਹੜਾ ਉਹਨਾਂ ਦੀ ਜਿਹੜੀ ਇੱਛਾ ਮੁਤਾਬਕ, ਕਿਉਂਕਿ ਕਿਸਾਨ ਅੰਨਦਾਤਾ ਨੇ, ਸੋ ਕਿਸਾਨਾਂ ਨੂੰ ਵੀ ਉਹਨਾਂ ਦੀ ਜਿਹੜੀ ਆਸ ਮੁਤਾਬਕ ਜਿਹੜਾ ਉਹ ਸੁਖਾਵਾਂ ਹੱਲ ਦਾ ਨਿਕਲ ਆਏ। ਜੀ ਬਿਲकुल जी, रुख कर लेने अगली खबर दी वाल। बजट सैशन की शुरुआत हो चुकी है और ये बजट काफ़ी ज़्यादा महत्वपूर्ण है क्योंकि करोना काल के करके साड़ी आर्थिकता नूं काफ़ी ढाल लगी है। तुहानूं की लगता है कि ये बजट संजीवनी बूटी का काम करेगा? ਨਿਸ਼ਚਿਤ ਤੌਰ 'ਤੇ ਜਦੋਂ ਇਸ ਵੇਲੇ ਤੁਸੀਂ ਉਹਨੇ ਜ਼ਿਕਰ ਕੀਤਾ ਵੀ ਕੋਵਿਡ ਤੋਂ ਬਾਅਦ ਜਦੋਂ ਅਸੀਂ ਆਏ ਹਾਂ ਤਾਂ ਕੋਵਿਡ ਦੇ ਦੌਰਾਨ ਜਦੋਂ ਲੰਬਾ ਸਮਾਂ ਸਾਡੀ ਜਿਹੜੀ ਆਰਥਿਕਤਾ ਹਿੱਟ ਹੋਈ ਹੈ, ਸਾਡੀ ਇੰਡਸਟਰੀ ਬੰਦ ਰਹੀ ਹੈ, ਗਲੋਬਲ ਸਥਿਤੀ ਵੀ ਐਸੀ ਹੈ ਔਰ ਜਿੱਥੇ ਸਾਡੇ ਗਰੋਥ ਰੇਟ ਅਸੀਂ ਤੈਅ ਕੀਤੇ ਸੀ ਕਿ ਅਸੀਂ 8 ਪੁਆਇੰਟ ਕੁਝ ਤੋਂ ਵੀ ਉੱਪਰ ਜਾਵਾਂਗੇ, ਉਹ ਉਲਟਾ ਸਾਡਾ ਮਾਈਨਸ ਵੱਲ ਚਲੇ ਗਏ, 3 ਪੁਆਇੰਟ ਕੁਝ ਵੱਲ ਚਲੇ ਗਏ। ਹੁਣ ਜਿਹੜੇ ਨਵੇਂ ਸਰਵੇਖਣ ਆਏ ਆ ਉਹਦੇ ਚਲੇ ਬਹੁਤ ਅੱਛੀ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿਉਂਕਿ ਇਸ ਬਜਟ ਦੇ ਆਉਣ ਤੋਂ ਪਹਿਲਾਂ ਕੋਵਿਡ ਤੇ ਜਿਹੜੀ ਅਸੀਂ ਜਿੱਤ ਪ੍ਰਾਪਤ ਕੀਤੀ ਭਾਰਤ ਨੇ, ਜਿਹਦੀ ਦੁਨੀਆ ਦੇ ਵਿੱਚ ਪ੍ਰਸ਼ੰਸਾ ਹੋ ਰਹੀ ਹੈ ਔਰ ਉਹ ਜਿਹੜੀ ਅਸੀਂ ਉਸ ਸਥਿਤੀ ਨੂੰ ਬਰਕਰਾਰ ਰੱਖਣ ਲਈ ਗਾਂ ਇਕਨੋਮੀ ਨੂੰ ਬੈਟਰ ਰੱਖਣਾ ਜ਼ਰੂਰੀ ਹੈ। ਪਰ ਇੱਕ ਸੁਖਾਵੀਂ ਗੱਲ ਇਹਦੇ 'ਚ ਇਹ ਵੀ ਆ ਰਹੀ ਹੈ, ਪੋਜ਼ੀਟਿਵ ਜਿਹੜੇ ਇਫੈਕਟਸ ਆ ਰਹੇ ਆ ਕਿ ਜਿਸ ਵੇਲੇ ਕੋਵਿਡ ਨੂੰ ਅਸੀਂ ਢਾਹ ਲਾਈ ਹੈ, ਮਤਲਬ ਸਾਡੇ ਨਿਯਮ, ਸਾਡੇ ਸੰਯਮ ਨੇ, ਸਾਡੇ ਸਿਸਟਮ ਨੇ ਜਿਹੜਾ ਅਸੀਂ ਬਣਾਇਆ, ਉਹਦੇ ਵਿੱਚ ਲਾਸਟ ਦੇ ਵਿੱਚ ਇਕਨੋਮੀ ਸੁਧਰਨੀ ਹੌਲੀ ਹੌਲੀ ਸ਼ੁਰੂ ਹੋ ਗਈ ਹੈ ਔਰ ਅਗਾਂਹ ਜਿਹੜੀ ਹੈ ਸਰਕਾਰ ਨੇ 11% ਦੀ ਗਰੋਥ ਦਾ ਇੱਕ ਜਿਹੜਾ ਐਸਾ ਦੱਸਿਆ ਜਾ ਰਿਹਾ ਕਿ ਆਸ ਹੈ ਸਰਕਾਰ ਨੂੰ ਕਿ ਅਗਲੇ ਇਸ ਸਾਲ ਦੇ ਵਿੱਚ, ਇਸ ਸੈਸ਼ਨ ਦੇ ਵਿੱਚ ਜਿਹੜਾ
ਜਿਹੜਾ ਸਾਡਾ ਵਿੱਤ ਸੈਸ਼ਨ ਹੁੰਦਾ ਜੀ ਉਹਦੇ ਵਿੱਚ ਜਿਹੜਾ 11% ਦੀ ਗਰੋਥ ਜਿਹੜੀ ਹੈ ਉਹ ਰਹੇਗੀ। ਜੀ ਪਰ ਉਹ 11% ਦੀ ਗਰੋਥ ਆਉਣ ਦੀ ਸਥਿਤੀ ਉਦੋਂ ਹੀ ਪੈਦਾ ਹੋਏਗੀ ਜਦੋਂ ਇੰਡਸਟਰੀ ਨੂੰ ਆਮ ਲੋਕਾਂ ਨੂੰ ਜਿਹੜਾ ਕੋਈ ਸਰਕਾਰ ਇਹਦੇ ਚ ਬਜਟ 'ਚ ਕੋਈ ਐਕਸਟਰਾ ਆਰਡੀਨਰੀ ਜਿਹੜੀਆਂ ਸਹੂਲਤਾਂ ਦੇਗੀ, ਜਿਹਦਾ ਇੱਕ ਸਰਵੇਖਣ ਆਇਆ ਹੁਣ ਇਹਦੇ ਉੱਤੇ ਜਿਹੜਾ ਜਿਹਦੇ 'ਚ ਆਸ ਵਿਅਕਤ ਕੀਤੀ ਗਈ ਹੈ ਵੀ ਜਿਹੜੀ ਇਨਕਮ ਟੈਕਸ ਦੀ ਜਿਹੜੀ ਛੂਟ ਹੈ ਉਹ 2.5 ਲੱਖ ਤੋਂ 5 ਲੱਖ ਅਗਰ ਹੋ ਜੇ ਤਾਂ ਲੋਕਾਂ ਕੋਲ ਪੈਸਾ ਖਰਚਣ ਲਈ ਹੱਥ 'ਚ ਆਏਗਾ। ਨਿਸ਼ਚਿਤ ਤੌਰ 'ਤੇ ਜਦੋਂ ਪੈਸਾ ਖਰਚ ਹੋਏਗਾ, ਕੰਜ਼ਿਊਮਰ ਉਸ ਪੈਸੇ ਨੂੰ ਖਰਚ ਕਰੇਗਾ ਤਾਂ ਫਿਰ ਇਕਨੋਮੀ ਦਾ ਜਿਹੜਾ ਚੱਕਾ ਉਹ ਤੇਜ਼ ਘੁੰਮੇਗਾ। ਇਸ ਤਰ੍ਹਾਂ ਹੀ ਫਿਰ ਜਿੱਦਾਂ ਐਗਰੀਕਲਚਰ ਨੂੰ ਵੀ ਕੋਈ ਬੈਨੀਫਿਟਸ ਦੇਣੇ ਪੈਣਗੇ, ਇਸੇ ਤਰ੍ਹਾਂ ਹੀ ਜਿਹੜੀ ਗੱਲ ਆਈ ਹੈ ਵੀ ਉਹਨਾਂ ਨੇ ਇੱਕ ਇਹ ਵੀ ਆ ਰਿਹਾ ਕਿ ਹੁਣ ਆਯੁਸ਼ਮਾਨ ਭਾਰਤ, ਕਿਉਂਕਿ ਕੋਵਿਡ ਬਹੁਤ ਵੱਡਾ ਸੰਕਟ ਆਇਆ ਸੀ, ਉਹ ਹਲੇ ਕਿ ਆਯੁਸ਼ਮਾਨ ਭਾਰਤ ਇੱਕ ਸੀਮਤ ਤੈ ਤੱਕ ਜਿਹੜਾ ਫ੍ਰੀ ਮੈਡੀਕਲ ਜਿਹੜੀ ਸਰਵਿਸਿਜ਼ ਹੈ ਉਹਦੇ 'ਚ ਇਹ ਆ ਰਿਹਾ ਵੀ ਸਰਕਾਰ ਨੂੰ ਜਿਹੜਾ ਇਹ ਟੋਟਲ ਮੁਲਕ ਨੂੰ ਦੇਣੀ ਪਏਗੀ। ਇਸ ਕਿਸਮ ਦੀਆਂ ਜਿਹੜੀਆਂ ਹੈਗੀਆਂ ਇਹ ਆਸ ਕੀਤੀ। ਪਰ ਪ੍ਰਧਾਨ ਮੰਤਰੀ ਜੀ ਨੇ ਵੀ ਜਿਹੜੀ ਕੁਝ ਦਿਨ ਪਹਿਲਾਂ ਇੱਕ ਗੱਲ ਕੀਤੀ ਸੀ ਵੀ ਉਹਨਾਂ ਨੇ ਇੱਕ ਸੰਕੇਤ ਦਿੱਤਾ ਸੀ ਕਿ ਬਜਟ ਅੱਛਾ ਹੀ ਹੋਏਗਾ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਜਿੱਦਾਂ ਪਿਛਲੀ ਵਾਰੀ ਅਸੀਂ ਇਕਨੋਮੀ ਨੂੰ ਉੱਪਰ ਚੁੱਕਣ ਲਈ ਜਿਹੜਾ ਨਿਰਮਲਾ ਸੀਤਾਰਮਨ ਜੀ ਸਾਡੇ ਜਿਹੜੇ ਵਿੱਤ ਮੰਤਰੀ ਨੇ ਉਹਨਾਂ ਨੇ ਮਤਲਬ ਇੱਕ ਤਰ੍ਹਾਂ ਛੋਟੇ 3-4 ਬਜਟ ਪੇਸ਼ ਕੀਤੇ ਸੀ, ਤਾਂ ਇਸ ਤਰ੍ਹਾਂ ਹੀ ਉਹਨਾਂ ਨੇ ਕਿਹਾ ਵੀ ਜਿਹੜਾ ਹੁਣ ਵੀ ਐਸਾ ਹੀ ਸੰਭਾਵਨਾ ਹੈ ਕਿ ਇਸ ਕਿਸਮ ਦੀ ਇਕਨੋਮੀ ਨੂੰ ਗਤੀ ਦੇਣ ਲਈ ਇਕਨੋਮੀ ਅੱਛੀ ਹੋਵੇ, 11% ਦੀ ਗਰੋਥ। ਔਰ ਇਹਦੇ 'ਚ ਇੱਕ ਕੱਲ੍ਹ ਉਹਨਾਂ ਨੇ ਜਿਹੜੀ ਹੈ ਇੱਕ ਬੈਠਕ ਵੀ ਕੀਤੀ ਹੈ, ਜਿਹੜੀ ਆਲ ਪਾਰਟੀ ਮੀਟਿੰਗ ਜਿਹਨੂੰ ਕਹਿੰਦੇ ਸਰਬਦਲੀ ਜਿਹੜੀ ਸਾਂਝੀ ਮੀਟਿੰਗ ਹੁੰਦੀ ਹੈ। ਹਾਲਾਂਕਿ ਇਹ ਮੀਟਿੰਗ ਆਮ ਤੌਰ 'ਤੇ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੁੰਦੀ ਹੈ, ਪਰ ਇਹ ਪਰੰਪਰਾ ਦੇ ਵਿਪਰੀਤ ਹੁਣ ਕੱਲ੍ਹ ਹੋਈ ਹੈ ਇੱਕ ਦਿਨ ਜਦੋਂ ਸੈਸ਼ਨ ਸ਼ੁਰੂ ਹੋ ਗਿਆ। ਸੋ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਸਾਨੂੰ ਜਿਹੜੀ ਪਬਲਿਕ ਨੂੰ ਆਸ ਕਰਨੀ ਚਾਹੀਦੀ ਹੈ ਵੀ ਅੱਛਾ ਬਜਟ ਆਏਗਾ। ਤਾਂ ਮੈਨੂੰ ਲੱਗਦਾ ਕਿ ਸਰਕਾਰ ਨੂੰ ਵੀ ਇਹ ਸੰਕਲਪ ਲੈ ਕੇ ਆਉਣਾ ਚਾਹੀਦਾ ਕਿ ਜੇ ਇਕਨੋਮੀ ਨੂੰ ਅੱਗੇ ਵਧਾਉਣਾ ਤਾਂ ਕੰਜ਼ਿਊਮਰ ਕੋ ਅਗਰ ਪੈਸਾ ਹੋਏਗਾ ਬਜਟ ਦੇ ਵਿੱਚ, ਅਗਰ ਕੰਜ਼ਿਊਮਰ ਦੇ ਹੱਥ 'ਚ ਪੈਸਾ ਰਹਿੰਦਾ ਕਿਉਂਕਿ ਉਹ ਪੈਸਾ ਖਰਚ ਹੋਏਗਾ ਤਾਂ ਹੀ ਜਿਹੜਾ ਇੰਡਸਟਰੀ ਦਾ ਟ੍ਰੇਡ ਦਾ ਚੱਕਾ ਘੁੰਮੇਗਾ ਔਰ ਇਕਨੋਮੀ ਜਿਹੜੀ ਗਰੋਥ ਕਰੇਗੀ। ਬਿਲਕੁਲ ਜੀ, ਰੁਕ ਕਰ ਲੈਂਦੇ ਅਗਲੀ ਖਬਰ ਦੇ ਵੱਲ। ਇਜ਼ਰਾਈਲੀ ਦੂਤਾਵਾਸ ਤੇ ਜਿਹੜਾ ਹਮਲਾ ਹੋਇਆ ਹੈ ਉਹਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਦੂਤਾਵਾਸ ਦੇ ਕੋਲ ਜਿੰਨੇ ਵੀ ਕੈਮਰੇ ਲੱਗੇ ਸਨ, CCTV ਕੈਮਰੇ ਤਕਰੀਬਨ ਬੰਦ ਪਾਏ ਗਏ ਨੇ। ਇਹਦੇ ਨਾਲ ਕੀ ਅਸਰ ਪਏਗਾ? ਦੇਖੋ, ਇਹ ਤਾਂ ਇੱਕ ਮਤਲਬ ਸੁਰੱਖਿਆ ਦੇ ਜਿਹੜੇ ਅਸੀਂ ਪ੍ਰਬੰਧ ਕੀਤੇ ਜਾਂਦੇ ਆ, ਹੁਣ ਜਦੋਂ ਇਜ਼ਰਾਈਲੀ ਦੂਤਾਵਾਸ ਦੇ ਲਾਏ ਜਾਂ ਕਿੰਨਾ ਦੇ ਲੱਗੇ ਸੀ ਹਲੇ ਕੋਈ ਬਹੁਤੀ ਸਪਸ਼ਟ ਨਹੀਂ ਹੈਗੀ। ਇਹ ਇੱਕ ਲਕੂਨਾ ਜਾਂ ਇੱਕ ਜਿਹੜਾ ਲੈਕ ਆਫ ਜਿਹੜੀ ਸਿਕਿਉਰਿਟੀ ਜਿਹੜੀ ਉਹਦੇ 'ਚ ਲੈਪਸ ਰਿਹਾ। ਪਰ ਇਹਦੇ ਨਾਲ ਹੀ ਇਹ ਹੈ ਵੀ ਸਾਡੀ ਜਿਹੜੀ ਇਸ ਵੇਲੇ ਜਿਹੜੀਆਂ ਸਾਡੀਆਂ ਏਜੰਸੀਜ਼ ਜਿਹੜੀ ਨੈਸ਼ਨਲ ਸਿਕਿਉਰਿਟੀ ਗਾਰਡ ਹੈ ਇਹਦੀ ਜਾਂਚ ਕਰ ਰਹੀ ਹੈ ਔਰ ਉਹਨੇ ਉਹ ਲਗਭਗ ਬਹੁਤ ਨੇੜੇ ਤੱਥਾਂ ਦੇ ਪਹੁੰਚ ਗਈ ਹੈ। ਇੱਕ ਜਿਹੜਾ ਐਕਸਟ੍ਰੀਮਿਸਟ ਆਊਟਫਿਟ ਆ ਉਹਨੇ ਇਹਦੀ ਜ਼ਿੰਮੇਵਾਰੀ ਵੀ ਲਈ। ਪਰ ਇਹਦੇ ਵਿੱਚ ਜਿਹੜੀ ਬਹੁਤ ਜਿਹੜੀ ਭਾਰਤ ਦੇ ਪ੍ਰਤੀ ਆਈ, ਜਦੋਂ ਇੱਕ ਦੂਤਾਵਾਸ ਦੇ ਬਾਹਰ ਜਦੋਂ ਬੰਬ ਚੱਲ ਜਾਂਦਾ ਹੈ, ਭਾਵੇਂ ਉਹ ਹਲਕੇ ਦਾ ਹੀ ਹੋਵੇ ਪਰ ਉਹਦਾ ਇੱਕ ਅਸਰ ਕੋਈ ਸਾਡਾ ਲਾਅ ਐਂਡ ਆਰਡਰ ਦੇ ਉੱਤੇ ਗੱਲਾਂ ਖੜੀਆਂ ਹੁੰਦੀਆਂ। ਪਰ ਇਹਦੇ ਨਾਲ ਜਿਹੜੀ ਇੱਕ ਚੀਜ਼ ਇਹ ਹੈ ਕਿ ਜਿੱਥੇ ਜਿਹੜੇ ਸਾਡੇ ਐਂਬੈਸਡਰ ਜਿਹੜੇ ਇਜ਼ਰਾਈਲ ਦੇ ਐਂਬੈਸਡਰ ਨੇ ਇੱਥੇ, ਉਹਨਾਂ ਨੇ ਇਹ ਕਿਹਾ ਵੀ ਇਹ ਇੱਕ ਟੈਰਰਿਸਟ ਐਕਟੀਵਿਟੀ ਹੀ ਹੈ, ਕਿਉਂਕਿ 2012 ਤੇ ਵੀ ਸਾਡੇ ਹਮਲੇ ਹੋਏ ਸੀ ਔਰ ਜਿਹੜੀ ਦੁਨੀਆ ਭਰ 'ਚ ਜਿਹੜਾ ਇਜ਼ਰਾਈਲ ਦੇ ਲੋਕਾਂ ਦੇ ਨਾਲ ਜਿਸ ਕਿਸਮ ਦਾ ਐਸਾ ਮੁਸ਼ਕਿਲ ਆ ਰਹੀ ਹੈ ਉਹਦਾ ਇੱਕ ਪੱਖ ਹੋ ਸਕਦਾ ਹੈ। ਪਰ ਨਾਲ ਹੀ ਜਿਹੜੇ ਬੈਂਜਾਮਿਨ ਨੇਤਨਯਾਹੂ ਜਿਹੜੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ, ਉਹਨਾਂ ਨੇ ਵਿਸ਼ਵਾਸ ਵਿਅਕਤ ਕੀਤਾ ਹੈ ਕਿ ਭਾਰਤ ਦੇ ਅੰਦਰ ਜਿਹੜੀ ਇਸ ਘਟਨਾ ਤੋਂ ਬਾਅਦ ਜਿਹੜੀ ਜਾਂਚ ਚੱਲ ਰਹੀ ਹੈ, ਉਹਨਾਂ ਨੇ ਇਹਦੇ ਉੱਤੇ ਆਪਣੀ ਜਿਹੜੀ ਸੰਤੁਸ਼ਟੀ ਵਿਅਕਤ ਕੀਤੀ ਹੈ ਔਰ ਉਹਨਾਂ ਨੇ ਮੈਸੇਜ ਵੀ ਕੀਤਾ ਕਿ ਇਹ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮੇਰਾ ਮੈਸੇਜ ਕਨਵੇ ਹੋਣਾ ਚਾਹੀਦਾ ਹੈ ਕਿ ਅਸੀਂ ਭਾਰਤ ਜੋ ਇਹਦੀ ਜਾਂਚ ਕਰ ਰਿਹਾ, ਸਾਨੂੰ ਆਸ ਹੈ, ਸਾਨੂੰ ਅਸੀਂ ਵਿਸ਼ਵਾਸ ਹੈਗਾ ਕਿ ਭਾਰਤ ਇਹਨੂੰ ਲੱਭ ਕੇ ਸਾਡੇ ਜਿਹੜੇ ਲੋਕਾਂ ਨੇ ਐਸੀ ਐਕਟੀਵਿਟੀ ਕੀਤੀ ਸਾਡੇ ਸਾਹਮਣੇ ਲਾਏਗਾ। ਸੋ ਇਹ ਵੀ ਆਪਣੇ ਆਪ ਬੜੀ ਵੱਡੀ ਗੱਲ ਹੈ ਕਿ ਜਦੋਂ ਅੰਤਰਰਾਸ਼ਟਰੀ ਜਿਹੜੀ ਸਮੁਦਾਇ ਹੈ ਉਹ ਭਾਰਤ ਦੀ ਜਿਹੜੀ ਸક્ષਮ ਹੋਣ ਦਾ, ਭਾਰਤ ਦੀ ਜਿਹੜੀ ਸਮਰੱਥਾ ਦੇ ਉੱਤੇ ਜਿਹੜੀ ਗੱਲ ਕਰਦਾ, ਵਿਸ਼ਵਾਸ ਕਰਦਾ ਹੈ। ਅੱਛੀ ਗੱਲ ਹੈ। ਬਿਲਕੁਲ ਜੀ, ਰੁਕ ਕਰ ਲੈਂਦੇ ਅਗਲੀ ਖਬਰ ਦੇ ਵੱਲ। ਕਰੋਨਾ ਤੋਂ ਬਾਅਦ ਜਦੋਂ ਕਰੋਨਾ ਵੈਕਸੀਨ ਆਈ ਹੈ, ਹਾਲੇ ਵੀ ਖੈਰ ਕਰੋਨਾ ਖਤਮ ਨਹੀਂ ਹੋਇਆ, ਲੇਕਿਨ ਇੱਕ ਵਿਸ਼ਵਾਸ ਜਾਗਿਆ ਔਰ ਕਰੋਨਾ ਵੈਕਸੀਨ ਦਾ ਕੰਮ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ। ਦੂਜੇ ਪਾਸੇ ਇੱਕ ਸੁਖਾਵੀਂ ਖਬਰ ਇਹ ਵੀ ਹੈ ਕਿ ਜੂਨ ਦੇ ਵਿੱਚ ਜਿਹੜੀ ਸੀਰਮ ਦੀ ਵੈਕਸੀਨ ਹੈ ਉਹ ਵੀ ਆ ਜਾਏਗੀ ਇੰਡੀਆ ਦੇ ਵਿੱਚ। ਦੇਖੋ, ਇਹ 'ਚ ਬਹੁਤ ਅੱਛੀ ਗੱਲ ਹੈ ਕਿ ਜਦੋਂ ਐਤਕੀ ਜਦੋਂ ਜਿਸ ਤਰ੍ਹਾਂ ਕੋਵਿਡ ਜਿੱਡਾ ਵੱਡਾ ਸੰਕਟ ਸੀ, ਉੱਡਾ ਹੀ ਵੱਡਾ ਉਸ ਤਰੀਕੇ ਦੇ ਨਾਲ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਨੇ ਜਿਹੜੇ ਆ ਉਹ ਵੈਕਸੀਨ ਨੂੰ ਲਿਆਉਣ ਦੀ ਕੀਤੀ ਔਰ ਭਾਰਤ ਦਾ ਤੇ ਇਹਦੇ ਵਿੱਚ ਬਹੁਤ ਵੱਡਾ ਰੋਲ ਰਿਹਾ, ਕਿਉਂਕਿ ਈਵਨ ਜਿਹੜੀ ਹੁਣ ਬੇਸ਼ੱਕ ਇਹ ਜਿਹੜੀ ਸੀਰਮ ਦੀ ਜਿਹੜੀ ਹੁਣ ਕੋਵਾਵੈਕਸੀਨ ਆਣੀ ਹੈ ਉਹ ਹੈ ਜਿਹੜੀ ਉਹਨਾਂ ਨੇ ਇੰਡੀਵਿਜੂਅਲੀ ਇਕੱਲੇ ਤੌਰ 'ਤੇ ਉਹਨਾਂ ਨੇ ਬਣਾ ਲਈ ਹੈ। ਲਗਭਗ ਉਹਨਾਂ ਨੇ ਟੈਸਟ ਲਈ ਜਿਹੜਾ ਹੁਣ ਇਸ ਵੇਲੇ ਅਪਲਾਈ ਕੀਤਾ ਹੈ ਸਰਕਾਰ ਨੂੰ। ਪਰ ਇਹਦੇ ਤੋਂ ਪਹਿਲਾਂ ਉਹਨਾਂ ਨੇ ਨੋਵਾਵੈਕਸ ਦੇ ਨਾਲ ਮਿਲ ਕੇ ਜਿਹੜੀ ਬਣਾਈ ਹੈ, ਜਿਹੜੀ ਸਾਂਝ ਦੇ ਵਿੱਚ ਬਣਾਈ ਹੈ, ਉਹਦੇ ਵੀ ਬੜੇ ਅੱਛੇ ਜਿਹੜੇ ਰਿਜ਼ਲਟਸ ਆਏ ਹੈ ਔਰ ਉਹ ਇਸ ਵੇਲੇ ਜਿਹੜੀ ਹੈ ਔਰ ਇਹ ਭਾਰਤ ਨੇ ਤੇ ਪੂਰੀ ਦੁਨੀਆ ਨੂੰ ਇਹ ਕਿਹਾ ਵੀ ਅਸੀਂ ਜਿਹੜੀ ਹੈ ਕਿਤੇ ਵੀ ਜਿਸ ਤਰ੍ਹਾਂ ਅੱਜ ਜਿਹੜਾ ਬਿਲ ਗੇਟਸ ਦਾ ਇੱਕ ਬਿਆਨ ਸੀ ਕਿ ਉਹਨੇ ਕਿਹਾ ਵੀ ਜਿਹੜਾ ਕੋਵਿਡ ਵੈਕਸੀਨ ਜਿਹੜੀ ਮਤਲਬ ਵੈਕਸੀਨ ਆਈ ਹੈ ਕੋਵਿਡ ਨੂੰ ਲੈ ਕੇ, ਉਹਨੂੰ ਲੈ ਕੇ ਜਿਹੜਾ ਸੋ ਕਾਲਡ ਰਾਸ਼ਟਰਵਾਦ ਉਹ 'ਚ ਦੇਸ਼ਾਂ ਨੂੰ ਨਿਕਲਣਾ ਚਾਹੀਦਾ, ਕਿਉਂਕਿ ਬਹੁਤ ਸਾਰੇ ਜਿਹੜੇ ਹੋਰ ਦੇਸ਼ ਹੈ
ਉਹ ਵੈਕਸੀਨ ਨੂੰ ਲੈ ਕੇ ਸੀਮਤ ਹੈ ਕਿ ਪਹਿਲਾਂ ਅਸੀਂ ਆਪਣੇ ਦੇਸ਼ਾਂ ਨੂੰ ਕਰਾਂਗੇ ਨਾ, ਪਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਬਾਰ-ਬਾਰ ਕਿਹਾ ਕਿ ਅਸੀਂ ਦੁਨੀਆ ਦੇ ਨਾਲ ਵੀ, ਜਿਹੜੀ ਦੁਨੀਆ ਦੀ ਵੀ ਉਹਨਾਂ ਹੀ ਚਿੰਤਾ ਕਰਦੇ ਹੈਗੇ, ਦੁਨੀਆ ਦੇ ਵੀ ਅਸੀਂ ਨਾਲ ਉਹਨਾਂ ਹੀ ਆ। ਉਹਨਾਂ ਨੇ ਕਿਹਾ ਵੀ ਜਿੱਥੇ ਅਸੀਂ ਸਾਡੇ ਕੋਈ ਨਹੀਂ, ਅਸੀਂ ਸਮਰੱਥਾ ਹੈ ਸਾਡੀਆਂ ਕੰਪਨੀਆਂ ਦੀ ਕਿ ਅਸੀਂ ਜਿੱਥੇ ਆਪਣੇ ਮੁਲਕ ਨੂੰ ਛੇਤੀ ਤੋਂ ਛੇਤੀ ਵੈਕਸੀਨ ਦੇਵਾਂਗੇ, ਉੱਥੇ ਨਾਲ ਅਸੀਂ ਜਿਹੜੇ ਸਾਡੇ ਨੇੜੇ ਦੇ ਮੁਲਕ ਜਿਹੜੇ ਸਾਡੇ ਮਤਲਬ ਜਿਹੜੇ ਜਿੱਥੇ ਵੀ ਜ਼ਰੂਰਤ ਹੋਏਗੀ ਉਹਨਾਂ ਨੂੰ ਵੀ ਅਸੀਂ ਜਿਹੜੀ ਇਹ ਵੈਕਸੀਨ ਦੇਣ ਦੀ ਜਿਹੜੀ ਕਰਕੇ ਜਿਹੜਾ ਸਾਡਾ ਅੰਤਰਰਾਸ਼ਟਰੀ ਸਾਡਾ ਭਰਾਤਰੀਵਾਦ ਆ, ਜਿਹੜਾ ਸਾਡੀ ਭਾਵਨਾ ਭਰਾਤਰੀਵਾਦ ਦੀ, ਉਹਨੂੰ ਭਾਰਤ ਦੇ ਪ੍ਰਧਾਨ ਮੰਤਰੀ ਲਗਾਤਾਰ ਵਿਅਕਤ ਕਰ ਰਹੇ ਆ। ਔਰ ਅਗਰ ਇਹ ਵੈਕਸੀਨ ਜੀ ਦਾ ਹੁਣ ਸ਼ੁਰੂ ਹੋਣਾ, ਅਗਰ ਇਹਦੇ ਅੱਛੇ, ਅਸੀਂ ਆਸ ਕਰਦੇ ਹਾਂ, ਸਾਡੀਆਂ ਸ਼ੁਭਕਾਮਨਾਵਾਂ ਕਿ ਪਹਿਲਾਂ ਵਾਂਗੂ ਹੀ ਜਿਹੜਾ ਇਹਦੇ ਵੀ ਅੱਛੇ ਰਿਜ਼ਲਟ ਆਉਣ ਔਰ ਭਾਰਤ ਜਿਹੜਾ ਦੁਨੀਆ ਦੀ ਜਿਹੜੀ ਲੋੜ ਹੈ ਉਹ ਬਹੁਤ ਆਰਾਮ ਨਾਲ ਪੂਰੀ ਕਰ ਸਕੇ। ਬਿਲਕੁਲ ਜੀ, ਰੁਕ ਕਰ ਲੈਂਦੇ ਅਗਲੀ ਖਬਰ ਦੇ ਵੱਲ। ਸੜਕੀ ਦੁਰਘਟਨਾਵਾਂ ਦੇ ਵਿੱਚ ਹੁਣ ਕੈਸ਼ਲੈਸ ਇਲਾਜ ਯੋਜਨਾ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ, ਜਿਹਦਾ ਲਾਭ ਕੋਈ ਵੀ ਲੈ ਸਕਦਾ ਹੈ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਰੀਮਾ ਜੀ, ਪਿਛਲੇ 7 ਸਾਲ ਦੇ ਅੰਦਰ ਹਲੇ ਕਿ ਭਾਰਤ ਦੇ ਵਿੱਚ ਜਿਹੜਾ ਰੋਡ ਨੈਟਵਰਕ ਬਹੁਤ ਸੁਧਰਿਆ, ਬਹੁਤ ਵੱਡੇ ਹਾਈਵੇਜ਼ ਬਣੇ ਨੇ ਇੰਟਰਨੈਸ਼ਨਲ ਸਟੈਂਡਰਡ ਦੇ ਜਿਹੜੇ ਹੈ, ਪਰ ਉਹਦੇ ਬਾਵਜੂਦ ਜਿਹੜਾ ਹੈ ਉਹ ਜਿਹੜੇ ਰੋਡ ਐਕਸੀਡੈਂਟਸ ਹੈ ਉਹਨਾਂ ਦੀ ਜਿਹੜੀ ਸੰਖਿਆ ਹੈ ਉਹ ਘਟ ਨਹੀਂ ਰਹੀ, ਉਹਨਾਂ ਦੀ ਗਿਣਤੀ ਉੱਥੇ ਥੋੜੀ ਵਧੀ ਹੈ ਪਹਿਲਾਂ ਨਾਲੋਂ ਜਿਹੜੀ ਹੈਗੀ ਹੈ। ਇਸ ਆਮ ਜਿਹੜੇ ਪ੍ਰਾਈਵੇਟ ਨਿੱਜੀ ਸਰਵੇਖਣ ਜਿਹੜੇ ਕੰਪਨੀਆਂ ਦੇ ਆਏ ਉਹਨਾਂ 'ਚ ਪਤਾ ਲੱਗਦਾ ਹੈ। ਔਰ ਅਕਸਰ ਹੁੰਦਾ ਕੀ ਸੀ ਕਿ ਜਿਸ ਵੇਲੇ ਐਕਸੀਡੈਂਟ ਹੁੰਦਾ ਹੈ ਔਰ ਉਹ ਜਿਸ ਵੇਲੇ ਹਸਪੀਟਲ ਤੱਕ ਜਾਂਦਾ ਹੈ ਬੰਦੇ ਨੂੰ, ਉਹਨੂੰ ਇਲਾਜ ਮਿਲਣ ਦੀ ਮੁਸ਼ਕਿਲ ਹੈ ਜਾਂ ਉਹ ਇੰਸ਼ੋਰੈਂਸ ਹੋਇਆ ਕਿ ਨਹੀਂ ਹੋਇਆ, ਇਸ ਕਿਸਮ ਦੀਆਂ ਕਈ ਗੱਲਾਂ ਜਿਹੜੀਆਂ ਆਉਂਦੀਆਂ ਸੀ ਔਰ ਇਸੇ ਉਧੇੜਬੁਣ ਦੇ ਵਿੱਚ ਜਿਹੜਾ ਉਹ ਲੋਕਾਂ ਨੂੰ ਬਚਾਇਆ ਜਾਣਾ ਮੁਸ਼ਕਿਲ ਸੀ। ਸੋ ਕੇਂਦਰ ਸਰਕਾਰ ਨੇ ਇੱਕ ਇਹਦੇ 'ਤੇ ਹੁਣ ਨਵੀਂ ਇੱਕ ਯੋਜਨਾ ਲਿਆਉਂਦੀ ਹੈ ਵੀ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਸੜਕ ਦੁਰਘਟਨਾਵਾਂ ਹੋਣਗੀਆਂ ਉਹਦੇ ਵਿੱਚ 1.5 ਲੱਖ ਰੁਪਏ ਦਾ ਜਿਹੜਾ ਕੈਸ਼ਲੈਸ ਜਿਹੜੀ ਮੈਡੀਕਲ ਏਡ ਹੈ ਇਮੀਡੀਏਟ ਜਿਹੜੀ ਹੈ ਉਹ ਦੇਣੀ ਉਹਨਾਂ ਨੂੰ ਪਏਗੀ। ਔਰ ਉਹਨਾਂ ਨੇ ਉਹਦੇ ਲਈ ਜਿਹੜੇ ਨੀਅਰੈਸਟ ਹਸਪੀਟਲਸ ਹੋਣਗੇ ਉਹਨਾਂ ਨੂੰ ਇੰਸਟਰਕਸ਼ਨਸ ਕੀਤੀਆਂ ਕਿ ਉਹਨਾਂ ਨੂੰ ਬਿਨਾਂ ਕਿਸੇ ਦੇਰੀ ਦੇ ਇਸ ਕਿਸਮ ਦੀ ਜਦੋਂ ਕੋਈ ਐਕਸੀਡੈਂਟ ਹੁੰਦਾ, ਜਿਹੜੇ ਘਾਇਲ ਲੋਕ ਨੇ, ਜ਼ਖਮੀ ਲੋਕ ਨੇ, ਉਹਨਾਂ ਨੂੰ ਫੌਰੀ ਤੌਰ ਦੇ ਉੱਤੇ ਉਹਨਾਂ ਨੂੰ ਦਾਖਲ ਕਰਨਾ ਪਏਗਾ। ਔਰ ਇਹਦੇ ਲਈ ਇੱਕ ਫੰਡ ਕ੍ਰੀਏਟ ਕੀਤਾ ਜਾਏਗਾ, ਜਿਹੜਾ ਮੋਟਰ ਵਹੀਕਲ ਐਕਟ ਦੇ ਵਿੱਚ ਜਿਹੜੀ ਅਮੈਂਡਮੈਂਟ ਕਰਕੇ ਜਿਹੜਾ ਇਹਦੇ 'ਚ ਹੋਏਗਾ ਉਹ ਐਕਟ ਦੇ ਵਿੱਚ ਸ਼ਾਮਲ ਕੀਤਾ ਜਾਏਗਾ, ਕਿਉਂਕਿ ਜਿਹੜਾ ਫੰਡ ਹੈ ਉਹ ਜਿੱਥੇ ਐਕਸੀਡੈਂਟ ਵਾਲੇ ਵਿਅਕਤੀ ਨੂੰ ਉੱਥੇ ਮੈਡੀਕਲ ਏਡ ਮਿਲੇਗੀ, ਉੱਥੇ ਹੀ ਉਹਦੇ ਜਿਹੜੇ ਡਿਪੈਂਡੈਂਟਸ ਨੇ ਉਹਨਾਂ ਨੂੰ ਵੀ ਕੋਈ ਮਦਦ ਹੋਣ ਦੀ ਇਸ ਕਿਸਮ ਦਾ ਇੱਕ ਐਕਟ ਦੇ ਵਿੱਚ ਜਿਹੜੀ ਇਹ ਸੋਧ ਕੀਤੀ ਜਾ ਰਹੀ ਹੈ। ਸੋ ਇਹ ਅੱਛੀ ਸੋਧ ਹੈ, ਕਿਉਂਕਿ ਜਿਹੜਾ ਮੁਲਕ ਲਈ ਜਿਹੜਾ ਸੋਚਣਾ ਬਹੁਤ ਵਧੀਆ ਗੱਲ ਹੈ। ਬਿਲਕੁਲ ਜੀ, ਰੁਕ ਕਰ ਲੈਂਦੇ ਅਗਲੀ ਖਬਰ ਦੇ ਵੱਲ। ਮਾਨਯੋਗ ਸੁਪਰੀਮ ਕੋਰਟ ਨੇ ਉਪਭੋਗਤਾ ਅਧਿਕਾਰਾਂ ਨੂੰ ਤਰਜੀਹ ਦਿੱਤੀ ਹੈ ਤੇ ਕਿਹਾ ਕਿ ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। ਇਹ ਸਟੇਟਮੈਂਟ ਆਉਣਾ ਹੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ। ਹਾਂ, ਉਪਭੋਗਤਾ ਜਿਹੜੇ ਅਧਿਕਾਰ ਹੈ, ਉਪਭੋਗਤਾ ਅਧਿਕਾਰ ਜਦੋਂ ਸੁਪਰੀਮ ਕੋਰਟ ਇਸ ਗੱਲ ਨੂੰ ਬੋਲਦਾ ਹੈ ਔਰ ਲਗਾਤਾਰ ਸਾਡੇ ਜਿਹੜੀ ਸਰਕਾਰ ਦੇ ਪੱਖ ਵੀ ਜਿਹੜੇ ਲਗਾਤਾਰ ਸਾਡੇ ਅਸੀਂ ਮੀਡੀਆ ਤੇ ਦੇਖਦੇ ਹਾਂ ਕਿ ਉਹ ਬਾਰ-ਬਾਰ ਕਹਿ ਰਹੇ ਨੇ ਕਿ ਉਪਭੋਗਤਾ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਰਤ ਰਹਿਣ। ਸੋ ਇੱਕ ਐਸੀ ਪਟੀਸ਼ਨ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਗਈ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੀਆਂ ਰਿਡਰੈਸਲ ਫੋਰਮਸ ਨੇ, ਜਿਹੜੀਆਂ ਥੱਲੇ ਬਣੀਆਂ ਨੇ, ਉਹ ਉੱਥੇ ਇਨਫਰਾਸਟ੍ਰਕਚਰ ਨਾ ਹੋਣ ਕਰਕੇ ਉਹਦੇ ਵਿੱਚ ਜਿਹੜੀ ਜੱਜਿਸ ਦੀ ਜਿਹੜੀ ਨੋਮੀਨੇਸ਼ਨ ਹੁੰਦੀ ਹੈ ਉਹਨਾਂ ਨੂੰ ਲੈ ਕੇ ਵੀ ਉੱਥੇ ਇਨਫਰਾਸਟ੍ਰਕਚਰ ਵਧੀਆ ਨਹੀਂ ਹੈਗਾ, ਜਿਹਦੇ ਕਰਕੇ ਉਪਭੋਗਤਾ ਅਧਿਕਾਰਾਂ ਦੀ ਜਿਹੜੀ ਹੈ ਸੁਰੱਖਿਆ ਉਸ ਢੰਗ ਨਾਲ ਨਹੀਂ ਹੋ ਪਾ ਰਹੀ ਜਿਸ ਨਾਲ ਹੋਣੀ ਚਾਹੀਦੀ ਹੈ। ਹਾਲੇ ਕਿ ਮਾਨਯੋਗ ਸੁਪਰੀਮ ਕੋਰਟ ਨੇ ਉਸ ਪਟੀਸ਼ਨ ਦੇ ਉੱਤੇ ਇਹ ਕਿਹਾ ਵੀ ਇਹ ਜਿਹੜੀ ਪਟੀਸ਼ਨ ਹੈ ਇਹ ਉਨੀ ਡਿਟੇਲਡ ਨਹੀਂ ਹੈਗੀ, ਪਰ ਅਸੀਂ ਸਮਝਦੇ ਹਾਂ ਵੀ ਕਿਤੇ ਨਾ ਕਿਤੇ ਜਿਹੜਾ ਥੱਲੇ ਇਨਫਰਾਸਟ੍ਰਕਚਰ ਤਾਂ ਹੈਗੀ ਹੈ, ਇਸ ਕਰਕੇ ਉਹਨਾਂ ਨੇ ਕਿਹਾ ਉਪਭੋਗਤਾ ਅਧਿਕਾਰ ਜਿਹੜੇ ਸਰਵੋੱਚ ਅਧਿਕਾਰਾਂ 'ਚ ਸ਼ਾਮਲ ਨੇ। ਇਸ ਕਰਕੇ ਥੱਲੇੜੇ ਜਿਹੜੇ ਰਿਡਰੈਸਲ ਫਾਰਮਸ ਨੇ, ਡਿਸਟ੍ਰਿਕਟ ਦੀਆਂ ਨੇ, ਸਟੇਟਸ ਦੀਆਂ ਨੇ, ਉਹਨਾਂ ਦੇ ਵਿੱਚ ਜਿਹੜਾ ਬੈਟਰ ਇਨਫਰਾਸਟ੍ਰਕਚਰ ਬਣਾਉਣ ਲਈ ਅੱਛੇ ਲੋਕਾਂ ਨੂੰ ਜਿਹੜੇ ਐਕਸਪੀਰੀਅੰਸ ਲੋਕ ਆ ਉਹਨਾਂ ਨੂੰ ਜਿਹੜਾ ਉਸ ਅਦਾਲਤਾਂ ਲੈ ਕੇ ਆਉਣਾ ਚਾਹੀਦਾ। ਜੀ ਬਿਲਕੁਲ ਜੀ, ਖਬਰਾਂ ਦੀ ਸਮੀਖਿਆ ਨੂੰ ਇੱਥੇ ਸਮੇਟਣਾ ਪਵੇਗਾ ਕਿਉਂਕਿ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ। ਰਾਕੇਸ਼ ਜੀ ਸਾਡੇ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਦਰਸ਼ਕਾਂ ਦਾ ਵੀ ਧੰਨਵਾਦ।